ਹਾਂਜੀ, ਸਤਿਕਾਰਯੋਗ ਕੱਚੇ ਅਧਿਆਪਕ ਸਾਥੀਓ, ਸਭ ਨੂੰ ਸਤਿ ਸ੍ਰੀ ਅਕਾਲ। ਹਾਂਜੀ, ਸਭ ਤੋਂ ਪਹਿਲਾਂ ਤਾਂ ਉਹ ਸਾਥੀਆਂ ਦਾ ਧੰਨਵਾਦ ਬਹੁਤ ਬਹੁਤ ਜਿਹੜੇ ਕੱਲ੍ਹ 17 ਦੀ ਰੈਲੀ ਵਿੱਚ ਵਰਦੇ ਮੀਂਹ ਦੇ ਵਿੱਚ ਪਹੁੰਚੇ, ਕਿਉਂਕਿ ਉਹਨਾਂ ਦਾ ਪਤਾ ਵੀ ਉਹਨਾਂ ਦੇ ਅੰਦਰ ਇੱਕ ਤੜਫ, ਇੱਕ ਜਨੂੰਨ ਹੈਗਾ ਆਪਦੇ ਲਈ ਅਤੇ ਆਪਦੇ ਯੂਨੀਅਨ ਲਈ ਹੈਗਾ ਵੀ ਉਹ ਕੁਛ ਨਾ ਕੁਛ ਲੈਣਾ ਚਾਹੁੰਦੇ ਨੇ। ਉਹਨਾਂ ਸਾਥੀਆਂ ਦਾ ਤਾਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕੋਈ ਮੀਂਹ ਦੀ ਪਰਵਾਹ ਨਹੀਂ ਕੀਤੀ, ਕਿਉਂਕਿ ਮੀਂਹ ਕੋਈ ਕੱਲ੍ਹ ਬਾਅਦ ਦੇ ਵਿੱਚ ਸ਼ੁਰੂ ਨਹੀਂ ਹੋਇਆ, ਜਦਕਿ ਕੱਲ੍ਹ ਸਵੇਰ ਤੋਂ ਮੀਂਹ ਸ਼ੁਰੂ ਹੋ ਰਿਹਾ ਸੀਗਾ। ਪਰ ਸਾਥੀਆਂ ਨੇ ਜਿਹਦੇ ਅੰਦਰ ਮਨ ਦੇ ਵਿੱਚ ਹੈਗਾ ਸੀਗਾ ਵੀ ਜਾਣਾ, ਤਾਂ ਉਹਨਾਂ ਨੇ ਮੀਂਹ ਦੀ ਪਰਵਾਹ ਨਹੀਂ ਕੀਤੀ, ਪਹੁੰਚੇ ਨਹੀਂ। ਹੁਣ ਕੁਛ ਕੁ ਸਾਥੀਆਂ ਦੇ ਤਾਂ ਚਲੋ ਕੰਮ ਸੀਗੇ, ਰੁਝੇਵੇਂ ਸੀਗੇ। ਕਈ ਸਾਥੀਆਂ ਨੂੰ ਤਾਂ ਦੇਖੋ ਪੇਪਰ ਚੱਲ ਰਹੇ ਨੇ, ਅਗਲੇ ਨੂੰ ਹੁੰਦਾ ਵੀ ਉੱਥੇ ਜਾਵਾਂਗੇ ਲੇਟ ਨਾ ਹੋ ਜਾਈਏ, ਅੱਜ ਪੇਪਰ ਆ। ਕਈ ਦੇ BA ਦੇ ਪੇਪਰ ਹੋ ਰਹੇ ਨੇ, ਜਾਂ ਕੋਈ ਨਿੱਜੀ ਕੰਮ ਹੋ ਸਕਦਾ ਜ਼ਿਆਦਾ ਜ਼ਰੂਰੀ। ਪਰ ਮੈਨੂੰ ਨਹੀਂ ਲੱਗਦਾ ਵੀ ਸਾਰਿਆਂ ਦੇ ਪੇਪਰ ਹੋਣਗੇ ਜਾਂ ਸਭ ਨੂੰ ਨਿੱਜੀ ਕੰਮ ਹੋਊਗਾ। ਕਈ ਗਰੁੱਪਾਂ ਦੇ ਵਿੱਚ ਦੇਖਦੇ ਨੇ ਵਾਰ-ਵਾਰ, ਕੱਲ੍ਹ ਸਾਰਾ ਦਿਨ ਦੇਖੀ ਗਏ ਹੋਣਗੇ ਵੀ ਕੋਈ ਅਪਡੇਟ ਆਊਗੀ ਜਾਂ ਕੋਈ ਖਬਰ ਆਊਗੀ, ਪਰ ਉੱਥੇ ਜਾਣ ਵੇਲੇ ਉਹਨਾਂ ਨੂੰ ਬਿਮਾਰੀ ਪੈਂਦੀ ਆ। ਉਂਝ ਸਾਰਾ ਦਿਨ ਦੇਖਿਆ ਹੋਊਗਾ, ਅਤੇ ਕਈ ਪਹਿਲਾਂ ਕਹਿਣਗੇ ਜਾਵਾਂਗੇ, ਉਸ ਤੋਂ ਬਾਅਦ ਮੌਕੇ 'ਤੇ ਆ ਕੇ ਉਹ ਜਵਾਬ ਦੇ ਦਿੰਦੇ ਨੇ। ਮਜਬੂਰੀਆਂ ਕਿਹਦੀਆਂ ਨਹੀਂ ਹੈਗੀਆਂ, ਪਤਾ ਹੀ ਹੈ। ਮੈਂ ਪਹਿਲਾਂ ਵੀ ਬਹੁਤ ਵਾਰ ਕਿਹਾ ਵੀ ਇੱਕ ਆਪਾਂ ਕੋਈ ਆਮ ਨਹੀਂ ਹੈਗੇ ਵੀ ਇੱਕ ਨਵੀਂ ਉਮਰ ਦੇ ਆ ਵੀ ਆਪਣੇ ਘਰੇ ਆਪਣੇ 'ਤੇ ਜ਼ਿੰਮੇਵਾਰੀਆਂ ਨਹੀਂ ਹੈਗੀਆਂ। ਜ਼ਿੰਮੇਵਾਰੀਆਂ ਸਭ ਦੀਆਂ ਨੇ, ਮੈਰਿਡ ਬੰਦੇ ਆ, ਵਿਆਹੇ ਹੋਏ ਆ, ਬਾਲ ਬੱਚਿਆਂ ਵਾਲੇ ਆ, ਅਤੇ ਆਪਣੀਆਂ ਜ਼ਿੰਮੇਵਾਰੀਆਂ ਸਭ ਦੀਆਂ ਨੇ। ਜਿੰਨੀਆਂ ਕੁ ਤੁਹਾਡੀਆਂ ਨੇ ਉਨੀਆਂ ਕੁ ਮੇਰੀਆਂ ਵੀ ਨੇ। ਰਿਸ਼ਤੇਦਾਰੀਆਂ 'ਚ ਜਾਣਾ, ਦੁੱਖ ਸੁੱਖ 'ਚ ਪਹੁੰਚਣਾ, ਹਰ ਇੱਕ ਜਗ੍ਹਾ 'ਤੇ ਆਪਾਂ ਨੂੰ ਜਾਣਾ ਪੈਂਦਾ। ਪਰ ਉਸ ਜ਼ਿੰਮੇਵਾਰੀਆਂ ਨਾਲੋਂ ਇੱਕ ਵੱਡੀ ਜ਼ਿੰਮੇਵਾਰੀ ਸਾਡੀ ਆਪਦੇ ਰੁਜ਼ਗਾਰ ਪ੍ਰਤੀ ਵੀ ਆ, ਜਿਸ ਨੂੰ ਤੁਸੀਂ ਇਹ ਚਾਹੁੰਦੇ ਹੋ ਵੀ ਕੋਈ ਹੋਰ ਸਾਨੂੰ ਕਰਕੇ ਦੇਵੇ। ਇਹ ਬਹੁਤ ਗਲਤ ਗੱਲ ਆ। ਇਸ ਦਾ ਸੁਧਾਰ ਕਰੋ। ਜਿੰਨਾ ਟਾਈਮ ਤੱਕ ਰੁਜ਼ਗਾਰ 'ਚ ਹੈਗੇ ਹੋ, EGS AI STR ਵਲੰਟੀਅਰ ਹੈਗੇ, ਉਹਨਾਂ ਟਾਈਮ ਤੱਕ ਇਸ ਪਾਸੇ ਧਿਆਨ ਦੇਣਾ ਪਊਗਾ। ਹਾਂ ਦੇਖੋ, ਮੈਂ ਕਦੇ ਵੀ ਕਿਸੇ 'ਤੇ ਗੁੱਸਾ ਨਹੀਂ ਕਰਿਆ। ਜਿਹੜੇ ETT ਦੇ ਵਿੱਚ ਆਉਣੇ ਸੀਗੇ ਉਹ ਆ ਗਏ, ਉਹਨਾਂ ਦਾ ਰੁਜ਼ਗਾਰ ਉੱਧਰ ਅਲੱਗ ਸ਼ੁਰੂ ਹੋ ਗਿਆ। ਉਹਨਾਂ ETT ਯੂਨੀਅਨ ਦੇ ਵਿੱਚ ਨੁਮਾਇੰਦਗੀ ਕਰਨ, ਘੱਟ ਜਾਣ ਵੱਧ ਜਾਣ, ਉਹਨਾਂ ਦਾ ਆਪਾਂ ਨੂੰ ਕੋਈ ਉਹ ਨਹੀਂ ਗਾ। ਅਗਲਿਆਂ ਦਾ ਨੰਬਰ ਉੱਧਰ ਆ ਗਿਆ, ਮਿਹਨਤ ਨਾਲ ਆ ਗਿਆ। HT ਦੇ ਵਿੱਚ ਆ ਗਿਆ, ਆਪਦਾ CHT 'ਚ ਆ ਗਿਆ, ਜਾਂ ETT ਦੇ ਵਿੱਚ ਆ ਗਿਆ। ਉਹਨਾਂ ਨੂੰ ਕਿਸੇ ਨੂੰ ਵੀ ਕਦੇ ਨਹੀਂ ਕਿਹਾ। ਬਹੁਤ ਸਾਥੀ ਮੇਰੇ ਬਲਾਕ ਦੇ ਵਿੱਚੋਂ, ਬਹੁਤ ਜ਼ਿਲ੍ਹੇ ਦੇ ਵਿੱਚੋਂ ਜਾਂ ਹੋਰ ਵੀ ਨੰਬਰ ਆਇਆ, ਜਾਂ ਕਦੇ ਐਂ ਕਹਿ ਦਿਓ ਵੀ ਉਹਨਾਂ ਨੂੰ ਵੀ ਅਸੀਂ ਤੰਗ ਪਰੇਸ਼ਾਨ ਕਰਦੇ ਹਾਂ, ਨਹੀਂ ਕਰਦੇ, ਕਿਉਂਕਿ ਉਹਨਾਂ ਨਾਲ ਹੁਣ ਸਾਡਾ ਕੋਈ ਵੀ ਲੱਲਾ ਕੱਖਾ ਨਹੀਂ ਹੈਗਾ। ਪਰ ਜਿਹੜੇ ਵਲੰਟੀਅਰ ਤੌਰ 'ਤੇ ਇਸ ਚੀਜ਼ ਦੇ ਵਿੱਚ ਆਉਂਦੇ ਹੋ, ਅਤੇ ਜਿਨ੍ਹਾਂ ਨੂੰ ਇਸ ਚੀਜ਼ ਦਾ ਫਾਇਦਾ ਹੋਣਾ ਜਾਂ ਨੁਕਸਾਨ ਵੀ ਹੋਣਾ, ਉਹਨਾਂ ਦਾ ਤਾਂ ਇਸ ਕੰਮ 'ਚ ਸ਼ਮੂਲੀਅਤ ਕਰਨੀ ਜ਼ਰੂਰੀ ਆ। ਉਹਨਾਂ ਦਾ ਐਂ ਕਿਵੇਂ ਸਰੂਗਾ? ਬਹਾਨੇ ਇੰਨੇ ਲਾਉਂਦੇ ਹੋ ਤੁਸੀਂ ਵੀ ਇੰਨੇ ਕਿਸੇ ਦੇ ਹੋਣੇ ਨਹੀਂ ਗਏ। ਅਤੇ ਇੱਕ ਅੱਧੀ ਵਾਰ ਜਾ ਕੇ ਤੁਸੀਂ ਇਸ ਤਰ੍ਹਾਂ ਆਸਾਨ ਕਰਦੇ ਹੋ ਜਿਵੇਂ ਕਿਸੇ ਦੇ ਨਿੱਜੀ ਕੰਮ ਕਰਾਇਆ ਹੋਵੇ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਮੇਰਾ ਨਿੱਜੀ ਕੰਮ ਮੈਂ ਕਦੇ ਵੀ ਕਿਸੇ ਨੂੰ ਬੁਲਾਇਆ ਨਹੀਂ ਗਾ। ਬੇਸ਼ੱਕ ਮੈਨੂੰ ਕੋਈ ਵੀ ਪ੍ਰੋਬਲਮ ਆਈ ਆ, ਕੋਈ ਡੈਪੂਟੇਸ਼ਨ ਦੀ ਆਈ ਆ, ਕੋਈ ਹੋਰ ਕਿਤੇ ਵੀ ਆਪਦੇ ਕਿਸੇ ਡਿਊਟੀ ਪ੍ਰਤੀ ਆਈ ਆ, ਕੋਈ BLO ਡਿਊਟੀ ਆਈ ਆ, ਕੋਈ ਮਹਾਤਮਾ ਗਾਂਧੀ ਦੇ ਸਰਵੇ ਪ੍ਰਤੀ ਆਈ ਆ, ਬਹੁਤ ਵਾਰ ਆਈਆਂ ਨੇ ਪ੍ਰੋਬਲਮਾਂ, ਜਾਂ ਸਕੂਲ ਦੇ ਵਿੱਚ ਕਿਸੇ ਪ੍ਰੋਬਲਮ ਆਈ ਆ। ਕਦੇ ਵੀ ਇਸ ਵਿੱਚ ਮੈਂ ਯੂਨੀਅਨ ਨੂੰ ਨਹੀਂ ਬੁਲਾਇਆ, ਕਿਉਂਕਿ ਉਹ ਮੇਰਾ ਨਿੱਜੀ ਮਸਲਾ ਹੁੰਦਾ, ਮੈਂ ਆਪਦੇ ਦਮ 'ਤੇ ਸਮਾਪਤ ਕਰਦਾ। ਤੁਸੀਂ ਦੇਖੋ, ਜਦੋਂ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੋ ਤਾਂ ਤੁਸੀਂ ਇਸ ਤਰ੍ਹਾਂ ਕਰਦੇ ਨਹੀਂ, ਉਹ ਤਾਂ ਤੁਹਾਨੂੰ ਯੂਨੀਅਨ ਯਾਦ ਆ ਜਾਂਦੀ ਆ। ਪਰ ਜਦੋਂ ਤੁਹਾਨੂੰ ਕੋਈ ਮਤਲਬ ਨਹੀਂ ਹੁੰਦਾ ਯੂਨੀਅਨ ਤੱਕ, ਉਦੋਂ ਤੁਸੀਂ ਸਿਰਫ ਉਸ ਸਕੂਲ ਦੇ ਬਣ ਜਾਂਦੇ ਹੋ ਜਿਹਦੇ ਨਾਲ ਅਗਲੇ ਨੂੰ ਬੁਰੇ ਪਵਾਉਂਦੇ ਹੁੰਦੇ ਹੋ। ਇਹ ਆਦਤਾਂ ਛੱਡੋ, ਯੂਨੀਅਨ ਨੂੰ ਟਾਈਮ ਦੇਣਾ ਸਿੱਖੋ। ਜਦੋਂ ਤੱਕ ਯੂਨੀਅਨ ਦੇ ਵਿੱਚ ਹੈਗੇ ਹੋ, ਜਿੱਦੇ ਤੁਸੀਂ ਨੇ ਰਿਜ਼ਾਈਨ ਦਿੱਤਾ ਜਾਂ ਜਿੱਦੇ ਤੁਹਾਡਾ ਕੁਝ ਬਣ ਗਿਆ, ਉਸ ਦਿਨ ਤੁਹਾਨੂੰ ਕਿਸੇ ਨੇ ਕੁਛ ਨਹੀਂ ਕਹਿਣਾ। ਉਸ ਦਿਨ ਤੁਸੀਂ ਫਾਰਗ ਹੋ ਜਾਓਗੇ। ਇਸ EGS AI STR ਕੱਚੇ ਅਧਿਆਪਕ ਯੂਨੀਅਨ ਵੱਲੋਂ ਤੁਸੀਂ ਫਾਰਗ ਹੋ ਜਾਓਗੇ। ਪਰ ਹਜੇ ਤੁਸੀਂ ਇਹਦਾ ਫਾਇਦਾ ਲੈਣਾ, ਕਿਉਂਕਿ ਉੱਥੇ ਗੱਲ ਜਦੋਂ ਹੁੰਦੀ ਹੈ 13,000 ਦੀ ਹੁੰਦੀ ਹੈ, ਨਾ ਕਿ ਉੱਥੇ ਸਿਰਫ ਧਰਨੇ 'ਚ ਪਹੁੰਚਣ ਵਾਲਿਆਂ ਦੀ ਹੁੰਦੀ ਹੈ। ਜੇ ਇਸ ਤਰ੍ਹਾਂ ਪਹੁੰਚਣ ਵਾਲਿਆਂ ਦੀ ਹੁੰਦੀ ਹੋਵੇ, ਫਿਰ ਤੁਹਾਨੂੰ ਕਿਸੇ ਨੇ ਪੁੱਛਣਾ ਨਹੀਂ, ਫਿਰ ਤਾਂ ਉਨਿਆਂ ਕੁ ਦੀ ਗੱਲ ਹੋਵੇ, ਅਗਲੇ ਲਿਸਟਾਂ ਦੇ ਕੇ ਆ ਜੇ। ਤੁਸੀਂ ਅੱਖਾਂ ਪਾੜ ਕੇ ਮੋਬਾਈਲਾਂ ਨੂੰ ਦੇਖਦੇ ਹੋ, ਖੋਲ੍ਹਦੇ ਹੋ, ਬਾਰ-ਬਾਰ ਦੇਖਦੇ ਹੋ ਵੀ ਸਾਡਾ ਕੀ ਬਣੂਗਾ। ਇੰਨੀਆਂ ਕੀ ਮਜਬੂਰੀਆਂ ਸੀਗੀਆਂ। ਤੁਹਾਨੂੰ ਪਤਾ
ਜਿੰਨੀ ਕੁ ਤਕਲੀਫ ਤੇ ਤੁਸੀਂ ਮੈਡੀਕਲ ਛੁੱਟੀ ਲੈ ਲੈਂਦੇ ਹੋ, ਉਨੀ ਕੁ ਤਕਲੀਫ ਮੈਨੂੰ 8-10 ਦਿਨਾਂ ਤੋਂ ਬੈਕ ਡਿਸਕ ਦੀ ਹੋ ਰਹੀ ਹੈ, ਪ੍ਰੋਬਲਮ ਢੂਹੀ ਦੀ ਹੋ ਰਹੀ ਆ। ਜਿੰਨੀ ਕੁ ਤਕਲੀਫ ਨਾਲ ਤੁਸੀਂ ਮੈਡੀਕਲ ਛੁੱਟੀ ਲੈ ਲਓ, ਸ਼ਾਇਦ ਸਕੂਲ ਦੇ ਵਿੱਚੋਂ ਛੁੱਟੀ ਲੈ ਲਓ, ਪਰ ਉਨੀ ਕੁ ਤਕਲੀਫ ਮੈਨੂੰ ਹੋ ਰਹੀ ਆ। ਪਰ ਮੈਂ ਦੇਖੋ ਜਦੋਂ ਸਕੂਲ ਆ ਰਿਹਾ ਤੇ ਫਿਰ ਮੈਂ ਸੋਚਿਆ ਵੀ ਸਕੂਲ ਵੀ ਤਾਂ ਜਾ ਰਿਹਾ, ਇੱਕ ਐਤਵਾਰ ਨੂੰ ਉੱਥੇ ਮੋਹਾਲੀ ਜਾਊਂਗਾ ਤਾਂ ਕੁਝ ਨਹੀਂ ਹੁੰਦਾ, ਵੱਧ ਜੂਗਾ ਰੋਗ, ਘਟ ਜੂਗਾ, ਉਹ ਬਾਅਦ ਦੀ ਗੱਲ ਆ। ਪਰ ਇੰਨੀ ਤਕਲੀਫ ਸੀ, ਮੈਨੂੰ ਪਤਾ ਵੀ ਮੈਂ ਕੱਲ ਕਦੇ ਕਿਵੇਂ ਬੈਠ ਕੇ ਗਿਆ, ਕਦੇ ਕਿਵੇਂ ਬੈਠ ਕੇ ਗਿਆ, ਜਾਂ ਉੱਥੇ ਬੈਠ ਜਾਂਦਾ ਸੀ ਤਾਂ ਉੱਠਣਾ ਔਖਾ ਲੱਗਦਾ ਸੀ, ਜੇ ਉੱਠ ਜਾਂਦਾ ਸੀ ਤਾਂ ਬੈਠਣਾ ਇਹ ਹੁੰਦਾ ਸੀਗਾ ਵੀ ਹੁਣ ਬੈਠਾ ਕਿਵੇਂ, ਇੰਨੀ ਤਕਲੀਫ ਸੀਗੀ। ਪਰ ਫਿਰ ਵੀ ਗਿਆ। ਤੁਸੀਂ ਮੈਨੂੰ ਪਤਾ ਵੀ ਜਿੰਨੀ ਕੁ ਤਕਲੀਫ ਮੈਨੂੰ ਹੋ ਰਹੀ ਸੀ ਬੈਕ ਢੂਹੀ ਦੀ, ਉਨੀ ਕੁ ਢੂਹੀ ਨਾਲ ਤਾਂ ਤੁਸੀਂ ਛੁੱਟੀ ਲੈਂਦੇ ਹੋ ਮੈਡੀਕਲ, 100 ਨੂੰ ਕਹਿੰਦੇ ਹੋ, ਉਹਨਾਂ ਕੁ ਤਾਂ ਤੁਸੀਂ ਮੈਨੂੰ ਲੱਗਦਾ ਲੋਕਲ ਵੀ ਆਉਂਦੇ ਹੋਏ ਕਹੋ ਵੀ ਅਸੀਂ ਤਾਂ ਬਈ ਬਿਮਾਰ ਆ, ਮੇਰੀ ਢੂਹੀ ਦੁਖਦੀ ਹੈ, ਮੇਰੇ ਆ ਹੁੰਦਾ। ਪਰ ਮੈਂ ਮੋਹਾਲੀ ਤੱਕ ਗਿਆ, ਕਿਉਂ ਗਿਆ? ਸਾਨੂੰ ਇੱਕ ਇਹ ਆ ਵੀ ਅਸੀਂ ਆਪਦਾ ਰੁਜ਼ਗਾਰ ਦਾ ਕੋਈ ਹੀਲਾ ਕਰ ਲਈਏ, ਜਿਹੜਾ ਸਮਾਂ ਤਾਂ ਉਹ ਕਰ ਲਈਏ, ਪਰ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ। ਚਲੋ ਕਿਸ ਦੀਆਂ ਮਜਬੂਰੀਆਂ ਹੁੰਦੀਆਂ, ਨਿੱਜੀ ਰੁਝੇਵੇਂ ਹੁੰਦੇ ਨੇ। ਕਈ ਸਾਥੀਆਂ ਨੇ ਮੈਨੂੰ ਦੱਸਿਆ ਵੀ ਸਾਡੇ ਆਹ ਰੁਝੇਵੇਂ ਨੇ, ਜਾਂ ਅਸੀਂ ਇਸ ਕਾਰਨ ਕਰਕੇ ਨਹੀਂ ਜਾ ਸਕਦੇ। ਗੁਰਜੀਵਨ ਸ਼ਾਜਲੀ ਨਾਲ ਵੀ ਮੇਰੀ ਗੱਲ ਹੋਈ, ਸੁਨਾਮ ਬੰਦ ਦੇ ਪ੍ਰਧਾਨ ਨਾਲ। ਉਹਨਾਂ ਨੇ ਕਿਹਾ ਵੀ ਵੀਰੇ ਕੋਈ ਗੱਲ ਨਹੀਂ, ਤੁਸੀਂ ਜਾਓ। ਤੇ ਚਲੋ ਨਿੱਜੀ ਰੁਝੇਵੇਂ ਸੀਗੇ, ਥੋੜਾ ਜਿਹਾ ਮੈਨੂੰ ਦੱਸਿਆ ਤਾਂ ਸਹੀ ਵੀ ਕਾਸ ਤੋਂ ਨਹੀਂ ਜਾ ਸਕਿਆ ਜਾਂ ਹੋਰ, ਪਰ ਕਈ ਅਜਿਹੇ ਨੇ ਇਹਦੇ ਵਿੱਚ ਹੱਥ ਗੁੱਠੇ ਦਿਖਾਉਂਦੇ ਨੇ ਤੇ ਬਾਅਦ ਦੇ ਵਿੱਚ ਨਹੀਂ ਵੀ ਜਾਂਦੇ। ਇਹ ਗੱਲਾਂ ਬਹੁਤ ਗਲਤ ਨੇ। ਮੀਂਹ ਤਾਂ ਸਭ ਵਾਸਤੇ ਸੀਗਾ, ਤੁਹਾਡੇ ਤੇ ਕੋਈ ਤੇਜ਼ਾਬ ਨਹੀਂ ਗਿਰਨ ਲੱਗਿਆ ਸੀਗਾ ਵੀ ਤੁਹਾਡੇ ਤੇ ਤੇਜ਼ਾਬ ਗਿਰਦਾ ਤੇ ਸਾਡੇ ਤੇ ਮੀਂਹ ਪਿਆ। ਅਸੀਂ ਵੀ ਉਸੇ ਤਰ੍ਹਾਂ ਹੀ ਗਿਆ, ਜਿਹਨੇ ਜਾਣਾ ਹੁੰਦਾ ਸਭ ਜਾਂਦੇ ਨੇ। ਜੇ ਕੱਲ ਦੇ ਦਿਨ ਐਂ ਦੱਸੋ ਕੋਈ ਇੰਟਰਵਿਊ ਜਾਂ ਤੁਹਾਡਾ ਕੋਈ ਮੈਡੀਕਲ ਹੁੰਦਾ, ਫਿਰ ਤੁਸੀਂ ਮੀਂਹ ਦਾ ਬਹਾਨਾ ਲਾਉਂਦੇ? ਤੁਹਾਨੂੰ ਸ਼ਰਮ ਨਹੀਂ ਆਉਂਦੀ ਹੈਗੀ? ਹੁਣ ਮੈਨੂੰ ਇਹ ਗੱਲ ਕਹਿੰਦੇ ਹੋਏ ਵੀ ਤੁਸੀਂ ਫੇਰ ਤਾਂ ਬਥੇਰਾ ਜਾਂਦੇ ਭੱਜ ਕੇ, ਗੱਡੀ ਵੀ ਲੈ ਕੇ ਜਾਂਦੇ, ਸੱਸ ਨੂੰ ਵੀ ਨਾਲ ਲੈ ਜਾਂਦੇ, ਸਹੁਰੇ ਨੂੰ ਵੀ ਨਾਲ ਲੈ ਜਾਂਦੇ, ਘਰ ਵਾਲੇ ਨੂੰ ਵੀ ਨਾਲ ਲੈ ਕੇ ਜਾਂਦੇ, ਫੇਰ ਕਿਵੇਂ ਜਾਂਦੇ ਮੀਂਹ 'ਚ? ਫਿਰ ਤੁਹਾਨੂੰ ਹੁਣ ਮੀਂਹ ਦਾ ਉਹ ਹੋ ਗਿਆ। ਨਾਲੇ ਇੱਕ ਗੱਲ ਹੋਰ ਸੁਣ ਲਓ, ਤੁਸੀਂ ਕੋਈ ਵੀ, ਕਈਆਂ ਨੂੰ ਤਾਕੜਪਣੇ ਦਾ ਜਾਂ ਹੋਰ, ਜਿਹੜਾ 1000 1500 ਜਾਂ 5000 ਤੇ ਲੱਗਿਆ, ਕਿਸੇ ਦੇ ਵਿੱਚ ਅਜਿਹਾ ਤਾਕੜਪਣੇ ਵਾਲੀ ਆਪਦੀ ਪੂੰਛ ਪਰਾਂ ਲਾ ਕੇ ਧਰ ਦੋ। ਕਈਆਂ ਨੂੰ ਇਹ ਵੀ ਹੁੰਦਾ ਵੀ ਮੈਂ ਤਾਂ ਫਲਾਣਿਆਂ ਦੀ ਨੂੰਹ ਆ, ਜਾਂ ਮੈਂ ਫਲਾਣਿਆਂ ਦੀ ਕੁੜੀ ਆ, ਵੀ ਮੈਂ ਕਿਉਂ ਜਾਵਾਂ, ਸਾਡੇ ਤਾਂ ਆਏ ਆ। ਉਹ ਤੁਸੀਂ ਕੁਛ ਨਹੀਂ ਹੈਗੇ, ਜਿਹੜੇ 5000 ਤੇ ਲੱਗੇ ਹੋ ਜਾਂ 1000 ਤੇ ਲੱਗਿਆ, ਭਾਵੇਂ ਮੈਂ ਵੀ ਆ, ਸਭ ਇੱਕ ਬਰਾਬਰ ਹੋ, ਠੀਕ ਹੈ ਨਾ? ਦੂਜਾ ਇੰਟੈਲੀਜੈਂਟ ਪਣੇ ਦੀ ਉਹ ਵੀ ਸੁਣ ਲਓ। ਕਈਆਂ ਨੂੰ ਹੋ ਰਿਹਾ ਮੇਰਾ ਤਾਂ ਟੈਟ ਕਲੀਅਰ ਹੋ ਗਿਆ, ਮੇਰਾ ਤਾਂ ਨੰਬਰ ਆ ਜਾਊਗਾ। ਉਹ ਕਿੱਧਰੇ ਨਹੀਂ, ਜਿੱਦੇ ਆ ਗਿਆ ਅਸੀਂ ਤੁਹਾਨੂੰ ਕਹਿੰਦੇ ਨਹੀਂਗੇ। ਜਿੱਦੇ ਤੁਹਾਡਾ ਨੰਬਰ ਆ ਗਿਆ, ਟੈਟ ਕਲੀਅਰ ਹੋ ਰਿਹਾ, ਜਿੱਦੇ ਨੰਬਰ ਆ ਗਿਆ ਅਸੀਂ ਕਹਿੰਦੇ ਨਹੀਂਗੇ। ਮੇਰੇ ਬਲਾਕ 'ਚੋਂ ਵੀ ਨੇ ਇੱਕ ਦੋ ਕਿੱਦੇ ਦੇ ਕਹਿ ਰਹੇ ਸੀਗੇ ਸਾਡਾ ਤਾਂ ਨੰਬਰ ਆ ਗਿਆ, ਸਾਡੀ 2364 'ਚ ਆ ਜੂ, ਸਾਡਾ ਇਹ 'ਚ ਆ ਜੂਗਾ। ਉਹ ਜਦੋਂ ਆ ਗਿਆ ਅਸੀਂ ਨਹੀਂ ਕਹਿੰਦੇ ਤੁਹਾਨੂੰ, ਤੁਸੀਂ ਜੀ ਸਦਕੇ ਨਾ ਜਾਇਓ। ਪਰ ਹਜੇ ਤੁਹਾਡਾ ਕਿਤੇ ਵੀ ਨੰਬਰ ਨਹੀਂ ਆਇਆ ਹੈਗਾ। ਜਿੱਦੇ ਤੱਕ ਨਹੀਂ ਆਇਆ ਤੁਸੀਂ ਵਲੰਟੀਅਰ ਦਾ ਲੈਂਦੇ ਹੋ, ਵਲੰਟੀਅਰ ਬਣੇ ਹੈਗੇ ਹੋ, ਵਲੰਟੀਅਰ ਦਾ ਸਾਥ ਦਿਓ। ਉੱਥੇ 4 ਜਣੇ ਮਰਦੇ ਨੇ, ਬਾਕੀ ਤੁਸੀਂ ਘਰੇ ਬੈਠ ਕੇ ਤਮਾਸ਼ਾ ਦੇਖਦੇ ਹੋ। ਕੀ ਗੱਲ, ਉਹਨਾਂ ਦਾ ਕੋਈ ਜ਼ਿਆਦਾ ਕੰਮ ਖੜਿਆ? ਜਾਂ ਤੁਸੀਂ ਲਿਖ ਕੇ ਦੇ ਦਿਓ, ਇੱਕ ਵਾਰ ਲਿਖ ਕੇ ਦੇ ਦਿਓ ਵੀ ਮੈਂ ਯੂਨੀਅਨ ਦੇ ਨਾਲ ਨਹੀਂ, ਸਾਡੀ ਤਨਖਾਹ ਵਧੇ ਘਟੇ ਅਸੀਂ ਆਪਦੇ ਜ਼ਿੰਮੇਵਾਰ ਹਾਂ। ਘੱਟੋ ਘੱਟ ਸਾਨੂੰ ਇਹ ਤਾਂ ਪਤਾ ਲੱਗ ਜੂ ਵੀ ਇਹਨਾਂ ਨੇ ਹਰਾਮ ਦੀ ਲਈ ਤੀ, ਤਨਖਾਹ ਤਾਂ ਵਧਵਾਈ ਜਾਊਗੀ, ਕੰਮ ਤਾਂ ਬਣ ਜੂ, ਪਰ ਪਤਾ ਤਾਂ ਲੱਗੇ ਨਾ। ਉਹ ਤਾਂ ਤੁਸੀਂ ਪੂੰਛ ਮਾਰਦੇ ਹੋ ਯੂਨੀਅਨ 'ਚੋਂ। ਜਾਣਾ ਇੱਕ ਬੰਦਾ ਜਾ ਰਿਹਾ 10 ਵਾਰ, ਇੱਕ ਬੰਦਾ 1 ਵਾਰ ਜਾ ਰਿਹਾ। ਕੀ ਗੱਲ, ਉਹਨਾਂ ਦੇ ਘਰੇ ਕੋਈ ਹੋਰ ਦਰਖਤ ਲੱਗਿਆ ਹੋਇਆ ਉਹਦਾ ਲਾ ਲਓ ਵੀ ਪੈਸਿਆਂ ਦਾ, ਜਾਂ ਉਹਨਾਂ ਨੂੰ ਤਨਖਾਹ ਵੱਧ ਮਿਲਦੀ ਹੈ ਵੀ ਉਹ ਜਾਂਦੇ ਨੇ ਖਰਚ ਕਰਕੇ? ਨਾ ਜਿਹੜੀਆਂ ਮੈਡਮਾਂ ਐਂ ਲਾ ਲਓ ਵੀ ਹੁਣ ਫਰੀ ਦੇ ਕਿਰਾਇਆਂ 'ਚ ਨਹੀਂ ਜਾ ਸਕਦੀਆਂ, ਫਿਰ ਉਹ ਕਦੋਂ ਵਗ ਜਾਊਗੀਆਂ? ਜੇ ਕਿਰਾਏ ਲੱਗਣ ਲੱਗ ਜਾਣ ਤੁਸੀਂ ਚੰਗਾ ਵਗ ਜਾਓ, ਤਾਂ ਹੀ ਤਾਂ ਪਿੱਛੇ ਆ। ਕਈਆਂ ਨੂੰ ਇੱਕ ਹੋਰ ਪੂੰਛ ਲੱਗ ਰਹੀ ਆ, ਉਹ ਵੀ ਮੈਂ ਸੁਣ ਲਓ, ਰਾਜਨੀਤਿਕ ਰਸੂਖ ਦੀ। ਉਹ ਵੀ ਛੱਡ ਦਿਓ, ਰਾਜਨੀਤਿਕ ਰਸੂਖ ਦੇਖੋ। ਕਈਆਂ ਨੂੰ ਜਦੋਂ ਈਟੀਟੀ ਕਰੀ ਸੀਗੀ ਉਦੋਂ ਇਹ ਸੀਗਾ ਵੀ ਸਾਡੀ ਬਾਦਲ ਕਿਆ ਨਾਲ ਪਿੱਠ ਲੱਗਦੀ ਆ, ਸਾਡੀ ਢੀਂਡਸੇ ਨਾਲ ਪਿੱਠ ਲੱਗਦੀ ਆ, ਵੀ ਸਾਡੇ ਤਾਂ ਅਸੀਂ ਤਾਂ ਰਾਜਨੀਤਿਕ ਰਸੂਖ ਆ, ਅਸੀਂ ਤਾਂ ਈਟੀਟੀ ਕਰੀ ਤੇ ਉਸ ਤੋਂ ਬਾਅਦ ਸਾਨੂੰ ਤਾਂ ਲਗਵਾ ਦੇਣਗੇ। ਮੇਰਾ ਘਰ ਵਾਲਾ ਢੀਂਡਸੇ ਦਾ ਪੀਏ ਆ, ਮੇਰਾ ਘਰ ਵਾਲਾ ਢੀਂਡਸੇ ਦਾ ਸੈਕਟਰੀ ਆ, ਜਾਂ ਮਤਲਬ ਮੇਰਾ ਸਹੁਰਾ ਸੈਕਟਰੀ ਆ, ਜਾਂ ਮੇਰੀ ਸੱਸ ਸੈਕਟਰੀ ਆ ਕਿਸੇ ਦੇ ਵੀ। ਉਹ ਕਿਸੇ ਨੇ ਪਹਿਲਾਂ ਦੱਸੋ ਬਾਦਲ ਵੇਲੇ ਨਹੀਂ ਤੁਹਾਡਾ ਕੰਮ ਹੋਇਆ, ਉਸ ਤੋਂ ਬਾਅਦ ਤੁਹਾਡਾ ਫਿਰ ਤੁਹਾਡੀ ਵਾਰੀ ਆਈ ਕਾਂਗਰਸ ਦੀ। ਕਈਆਂ ਨੂੰ ਕਾਂਗਰਸ ਦਾ ਸੀਗਾ, ਖੁਦ ਮੈਨੂੰ ਵੀ ਹੋਊਗਾ ਕਿਤੇ ਨਾ ਕਿਤੇ। ਉਹ ਇਹਨਾਂ ਨੇ ਕੁਛ ਨਹੀਂ ਦੇਣਾ ਹੁੰਦਾ। ਹੁਣ ਕਈਆਂ ਨੂੰ ਆਮ ਆਦਮੀ ਦਾ ਨਸ਼ਾ ਚੜ੍ਹ ਰਿਹਾ, ਕਿਸੇ ਨੇ ਕੁਛ ਨਹੀਂ ਦੇਣਾ। ਜੇ ਦੇਣਾ ਤਾਂ ਦੇਖੋ, ਜੇ ਤਾਂ ਯੂਨੀਅਨ ਵਾਲਾ ਕੰਮ ਆ ਉਹ ਤਾਂ ਤੁਹਾਨੂੰ
ਯੂਨੀਅਨ ਰਾਹੀਂ ਉਹ ਮਿਲੂਗਾ। ਜਿਹੜਾ ਕਿਸੇ ਦਾ ਪਰਸਨਲ ਆ, ਕਿਸੇ ਨੇ ਟਰਾਂਸਫਾਰਮ ਧਰਾਉਣਾ ਜਾਂ ਕੋਈ ਹੋਰ ਨਿੱਜੀ ਕੰਮ ਲੈਣਾ, ਕੋਈ ਕਨੈਕਸ਼ਨ ਉਹ ਕੰਮ ਨੇ, ਉਹ ਚਲੋ ਪਰਸਨਲ ਨੇ, ਅਗਲਾ ਕੋਈ ਕਿਸੇ ਤੋਂ ਕੁਛ ਲਵੇ। ਪਰ ਮੈਨੂੰ ਨਹੀਂ ਲੱਗਦਾ ਵੀ ਜੇ ਕੋਈ ਯੂਨੀਅਨ ਦਾ ਕੰਮ ਆ ਉਹ ਯੂਨੀਅਨ ਤੋਂ ਬਾਹਰ ਇਕੱਲੇ ਦਾ ਹੋ ਜਾਊਗਾ। ਇਸ ਤਰ੍ਹਾਂ ਨਾ ਕਰੋ, ਯੂਨੀਅਨ ਦਾ ਸਾਥ ਦਿੰਦੇ ਰਹੋ। ਸਭ ਦੀ ਉਹ ਬਣਦੀ ਹੁੰਦੀ ਆ, ਹਰ ਇੱਕ ਲੀਡਰ ਨਾਲ, ਹਰ ਇੱਕ ਉਹਦੇ ਨਾਲ। ਕਈਆਂ ਦੇ ਵਿੱਚ ਇਹ ਲੀਡਰਾਂ ਵਾਲਾ ਵੀ ਹੁੰਦਾ, ਉਹਨਾਂ ਨੂੰ ਵੀ ਬੇਨਤੀ ਆ, ਠੀਕ ਆ ਆਪਾਂ ਥੋੜ੍ਹਾ ਮੋਟਾ ਪਿੱਛੇ ਚੱਲਣਾ ਪੈਂਦਾ ਵੀ ਜਦੋਂ ਹੁੰਦਾ, ਪਰ ਇੰਨਾ ਵੀ ਨਹੀਂ ਵੀ ਆਪਾਂ ਜੇ ਤੁਹਾਡੇ ਇੰਨੀ ਉਹ ਚੱਲਦੀ ਆ ਤਾਂ ਤੁਸੀਂ ਕਹਿ ਕੇ ਕੰਮ ਕਰਵਾਓ, ਨਾਲੇ ਪੁੰਨ ਨਾਲੇ ਫਲੀਆਂ, ਸੀਸਾਂ ਦੇਣਗੇ ਲੋਕ। ਇਸ ਕਰਕੇ ਤੁਸੀਂ ਇਸ ਚੀਜ਼ ਦਾ ਵੀ ਧਿਆਨ ਦਿਓ ਵੀ ਇੰਨਾ ਜਿਹੜਾ ਆਪਾਂ ਕਰਦੇ ਹਾਂ ਚਾਪਲੂਸੀ, ਆਪਾਂ ਨੇ ਉਹ ਘਰੇ ਕੁਛ ਨਹੀਂ ਸਿੱਟ ਕੇ ਜਾਂਦੇ ਹੈਗੇ, ਆਪਾਂ ਕੰਮ ਕਰਦੇ ਹਾਂ, ਆਪਦੇ ਕੰਮ ਦਾ ਮੁੱਲ ਮੰਗਦੇ ਹਾਂ। ਇਹ ਸੀਗਾ। ਬਾਕੀ ਜਿਹੜੇ ਅਧਿਆਪਕ ਗਏ ਉਹਨਾਂ ਦਾ ਇੱਕ ਵਾਰ ਫੇਰ ਬਹੁਤ ਧੰਨਵਾਦ, ਜਿਹੜੇ ਵਰਦੇ ਮੀਂਹ ਦੇ ਵਿੱਚ ਗਏ। ਦੇਖੋ ਹਰਪ੍ਰੀਤ ਕੌਰ ਨੇ ਘੱਟੋ ਘੱਟ 1.5 ਮਹੀਨਾ ਉੱਥੇ ਸੰਘਰਸ਼ ਰੱਖਿਆ, ਉਹਨੂੰ ਵੱਧ ਤਨਖਾਹ ਮਿਲੂਗੀ। ਉਹਦੇ ਬੱਚੇ ਨਹੀਂ ਹੈਗੇ, ਉਹਦੇ ਜਵਾਨ ਕੁੜੀ ਆ, ਕਿ ਉਹਨੂੰ ਘਰੇ ਲੋੜ ਨਹੀਂ ਹੈਗੀ ਕੁੜੀ ਨੂੰ ਮਾਂ ਦੀ ਜਾਂ ਮਾਂ ਨੂੰ ਧੀ ਦੀ, ਉਹ ਵੀ ਤਾਂ ਜਾਂਦੇ ਨੇ। ਇਸ ਤਰ੍ਹਾਂ ਤੁਸੀਂ ਘੱਟੋ ਘੱਟ ਤੁਹਾਡੇ ਅੰਦਰ ਇਸ ਹੋਣੀ ਚਾਹੀਦੀ ਹੈ, ਇੱਕ ਇਨਸਾਨੀਅਤ ਹੋਣੀ ਚਾਹੀਦੀ ਆ। ਕਈ ਤਾਂ ਅਜਿਹੇ ਚਿਹਰੇ ਨੇ ਜਿਹੜੇ ਕਿਸੇ ਮੇਨ ਕੰਮ ਤੇ ਦਫ਼ਤਰਾਂ 'ਚ ਦਿੰਦੇ ਨੇ, ਨਹੀਂ ਤਾਂ ਦਿਖਾਈ ਹੋਈ ਨਹੀਂ ਦਿੰਦੇ। ਸਕੂਲਾਂ ਨੂੰ ਇੰਨੇ ਸਮਰਪਿਤ ਹੋ ਰਹੇ ਨੇ, ਸਕੂਲਾਂ ਵਾਲੇ ਨੇ ਸਿੱਤਰਾਂ ਵੱਟੇ ਨਹੀਂ ਸਿਆਣਦੇ ਹੈਗੇ, ਤੁਹਾਨੂੰ ਸਿੱਤਰਾਂ ਵੱਟੇ ਨਹੀਂ ਕੋਈ ਸਿਆਣਦਾ ਹੈਗਾ। ਪਰ ਤੁਸੀਂ ਬਸ ਵੀ ਦਫ਼ਤਰ ਦਾ ਕੋਈ ਕੰਮ ਹੋਵੇ, ਸੈਮੀਨਾਰ ਹੋਣ, ਉਦੋਂ ਦਿਖ ਜਾਂਦੀਆਂ ਨੇ ਸ਼ਕਲਾਂ, ਉਸ ਤੋਂ ਬਾਅਦ ਦਿੰਦੀਆਂ ਨਹੀਂ। ਦੂਜਾ, ਜਦੋਂ ਤੱਕ ਤੁਸੀਂ ਆਪ ਨਹੀਂ ਲੜਦੇ ਮਰਦੇ, ਤੁਹਾਡਾ ਕੋਈ ਕੁਛ ਨਹੀਂ ਕਰਾ ਸਕਦਾ। ਕਈ ਕਹਿੰਦੇ ਨੇ ਜਸਵਿੰਦਰ ਸਿੱਧੂ 10-20 ਦਿਨਾਂ ਤੱਕ ਆਊਗਾ, ਉਹਦਾ ਸਾਥ ਲੈ ਲਾਂਗੇ। ਉਹ ਜਸਵਿੰਦਰ ਸਿੱਧੂ ਵਰਗਿਆਂ ਦਾ ਸਾਥ, ਜਸਵਿੰਦਰ ਸਿੱਧੂ ਨੇ ਪਟਿਆਲੇ ਇੰਨਾ ਇਕੱਠ ਕੱਢਿਆ ਤੀ, 50,000 ਦਾ ਇਕੱਠ ਸੀਗਾ। 50,000 ਬੰਦੇ ਨਾਲ ਕੁਛ ਤੋਂ ਕੁਛ ਕਰਵਾਇਆ ਜਾ ਸਕਦਾ, ਪਰ ਉਹਨਾਂ ਨੇ ਵੀ ਕੀ ਕਰਿਆ, ਆਪਦਾ ਫਾਇਦਾ ਕਰਾ ਲਿਆ। 7 ਸਾਲੇ ਪਾਲਿਸੀ ਤੜਵਾ ਲਈ, ਫਲਾਣੀ ਪਾਲਿਸੀ ਤੜਵਾ ਲਈ, ਸਾਡੀਆਂ ਬਦਲੀਆਂ, ਸਾਡੀਆਂ ਫਲਾਣਾ, ਆਪਦਾ ਕੰਮ ਕਰਵਾ ਲਿਆ। ਤੇ ਆਪਾਂ ਨੂੰ ਕੀ ਲੈ ਕੇ ਦਿੱਤਾ, ਐਨਟੀਟੀ ਦੇ ਵਿੱਚ ਘਪਲੇਬਾਜ਼ੀਆਂ, ਪਤਾ ਨਹੀਂ ਕੀ ਕੁਛ ਇੱਥੇ ਰੋਲ ਕੇ ਧਰਤੇ ਐਨਟੀਟੀ ਤੇ, ਈਟੀਟੀ ਤੋਂ ਐਨਟੀਟੀ 'ਚ ਲਿਆ। ਤੇ ਕਈ ਸਾਥੀਆਂ ਨੂੰ ਗਿਲਾ ਰਹਿੰਦਾ ਵੀ ਸਾਡੇ ਤਾਂ ਜੀ 10 ਨੰਬਰ ਕੱਟ ਗਏ, 10 ਨੰਬਰ ਕੱਟ ਗਏ। 10 ਨੰਬਰ ਵੀ ਤੁਹਾਡੀ ਬਦੌਲਤ ਕੱਟੇ ਨੇ। ਜੇ ਤੁਸੀਂ ਧਰਨਿਆਂ ਦੇ ਵਿੱਚ ਚੰਗੀ ਤਰ੍ਹਾਂ ਸ਼ਮੂਲੀਅਤ ਕਰੀ ਹੁੰਦੀ, ਉੱਥੇ ਬਰਾਬਰ ਬੈਠੇ ਹੁੰਦੇ, ਤਾਂ ਤੁਸੀਂ 10 ਨੰਬਰ ਨਹੀਂ ਕੱਟਣ ਦੇਣ ਤੀ, ਉਸੇ ਟਾਈਮ ਰੌਲਾ ਪਾ ਸਕਦੇ ਸੀ। ਤੁਸੀਂ ਤਾਂ ਕਹਿੰਦੇ ਹੋ ਅਸੀਂ ਤਾਂ ਬੈਠੀਏ ਘਰੇ, ਟੈਟ ਕਲੀਅਰ ਆ ਸਾਡਾ, ਤੇ 10 ਨੰਬਰ ਸਾਡੇ ਲਗਵਾ ਕੇ ਰੱਖਿਆ। ਅਗਲਾ ਜਿਹੜਾ ਵੀ ਕੋਈ ਆ, ਅਗਲਾ ਤਾਂ ਆਪਦਾ ਫਾਇਦਾ ਦੇਖੂ। ਅਗਲੇ ਦਾ ਐਨਟੀਟੀ 'ਚ ਨੰਬਰ ਆਉਂਦਾ, ਅਗਲਾ ਕਹੂਗਾ ਸਾਡਾ ਐਨਟੀਟੀ 'ਚ ਨੰਬਰ ਆਵੇ, 10 ਨੰਬਰ ਕੱਟਦੇ ਨੇ ਕੱਟਣ। ਜਦੋਂ ਆਪਾਂ ਕਿਸੇ ਨੂੰ ਕਿਵੇਂ ਲਾਂਭਾ ਦੇ ਸਕਦੇ ਹਾਂ, ਮੈਂ ਹੀ ਲਾ ਲਓ, ਜੇ ਮੈਂ ਘਰੇ ਬੈਠ ਕੇ ਕਹਾਂ ਵੀ ਮੇਰਾ ਫਾਇਦਾ ਇਹ ਹੋ ਜੇ, ਮੇਰਾ ਫਾਇਦਾ ਕਿਵੇਂ ਹੋਊਗਾ ਕਿਸੇ ਵੀ ਕੰਮ 'ਚ? ਹਾਂ, ਜਦੋਂ ਮੈਂ ਜਾ ਰਿਹਾ ਵਿੱਚ, ਤਾਂ ਉੱਥੇ ਮੈਂ ਆਪਦਾ ਫਾਇਦਾ ਦੇਖੂੰਗਾ। ਜੇ ਉੱਥੇ ਕਿਸੇ ਦੇ ਨਾਲ ਦੇ ਦਾ ਕੋਈ ਉਹ ਨੁਕਸਾਨ ਹੁੰਦਾ, ਮੈਨੂੰ ਨਹੀਂ ਲੱਗਦਾ ਵੀ ਮੈਂ ਉਹ 'ਚ ਸੋਚੂੰਗਾ। ਅਗਲਾ ਕਹੂਗਾ ਵੀ ਆਪਦਾ ਫਾਇਦਾ ਹੋਵੇ। ਨੰਬਰ ਕੱਟੇ ਨੇ ਦੁੱਖਾ, ਜਿਹੜੇ ਅੰਦਰ 10 ਨੰਬਰ ਕੱਟੇ ਨੇ ਈਟੀਟੀ ਦੇ ਵਿੱਚ, ਉਹ ਸਭ ਨੂੰ ਦੁੱਖ ਆ, ਕਿਉਂਕਿ ਸਭ ਨੂੰ ਫਾਇਦਾ ਮਿਲਣਾ ਸੀ ਤੇ ਸਭ ਨੂੰ ਨੁਕਸਾਨ ਹੋਇਆ। ਪਰ ਉਹ ਵੀ ਨਾ ਕੱਟਦੇ ਜੇ ਤੁਸੀਂ ਉੱਥੇ ਡਟੇ ਰਹਿੰਦੇ, ਤੁਸੀਂ ਸਹੀ ਸੇਧ ਦਿੰਦੇ, ਕੋਈ ਰਾਏ ਵਿਚਾਰ ਕਰਦੇ। ਜਾਣਾ ਤਾਂ ਆਪਾਂ ਘੰਟੇ ਦੇ ਵਿੱਚ ਹੀ ਆਪਾਂ ਕਹਿੰਦੇ ਵੀ ਸਾਡੇ ਬੈਗ ਪਰਸ ਭਰ ਜਾਣ। ਮੇਰੇ ਬਲਾਕ ਦੇ ਵਿੱਚ ਮੈਡਮਾਂ ਨੇ ਜਿਹੜੀਆਂ ਬਾਰ-ਬਾਰ ਫੋਨ ਕਰਨਗੇ, ਆਪਣਾ ਕਰ ਲਓ ਬਾਈ ਕੁਛ, ਕਰ ਲਓ ਬਾਈ ਕੁਛ। ਪਤਾ ਨਹੀਂ ਕਹੇ ਜਿਹੇ ਮੌਸਮ 'ਚ ਕਹਿੰਦੀਆਂ ਨੇ ਵੀ ਕਹੇ ਜਿਹੇ ਮੌਸਮ ਨਾਲ ਉਹ ਬਾਹਰ ਜਾਣਗੀਆਂ। ਗਰਮੀ ਹੋ ਜਾਂਦੀ ਹੈ ਤਾਂ ਗਰਮੀ ਜ਼ਿਆਦਾ ਲੱਗਦੀ ਹੈ ਉਹਨਾਂ ਨੂੰ। ਮੀਂਹ ਪੈ ਗਿਆ ਕੱਲ ਮੀਂਹ ਤੋਂ ਵੀ ਡਰ ਲੱਗਦਾ ਸੀ। ਹਾਂ, ਠੰਡ ਹੋ ਜਾਂਦੀ ਹੈ ਫਿਰ ਧੁੰਦਾਂ ਤੋਂ ਡਰ ਜਾਂਦੇ ਨੇ। ਇਸ ਤਰ੍ਹਾਂ ਬਹੁਤ ਗਲਤ ਗੱਲ ਆ। ਯੂਨੀਅਨ ਦੇ ਵਿੱਚ ਕੰਮ ਕਰਨਾ ਸਿੱਖੋ, ਯੂਨੀਅਨ ਦੇ ਪ੍ਰਤੀ ਸਮਰਪਿਤ ਹੋਵੋ। ਜਦੋਂ ਯੂਨੀਅਨ ਦੇ ਪ੍ਰਤੀ ਸਮਰਪਿਤ ਹੋ ਗਏ, ਹੱਲ ਹੋਊਗਾ। ਨਵੀਂ ਸਰਕਾਰ ਆ, ਬਾਰ-ਬਾਰ ਯੂ ਟਰਨ ਲੈਂਦੀ ਹੈ, ਇਹ ਤਾਂ ਥੋੜ੍ਹੇ ਜਿਹੇ ਇਕੱਠ ਨਾਲ ਡਰ ਜਾਂਦੀ ਆ। ਆਪਣੇ ਤਾਂ 1-1 100-100 ਵਰਗੇ ਨੇ, ਜੇ ਨਿਕਲ ਆਉਣ ਚੰਗੀ ਤਰ੍ਹਾਂ ਤੇ 1-1 ਜਣਾ 100-100 ਵਰਗਾ। ਜਦੋਂ ਨਿਕਲੋਗੇ ਤਾਂ ਕੁਛ ਮਿਲੂਗਾ, ਨਹੀਂ ਟਾਈਮ ਖਰਾਬ ਕਰ ਰਹੇ ਹੋ, ਨਾਲੇ ਆਪਦਾ ਨਾਲੇ ਜਿਹੜੇ ਮਿਹਨਤ ਕਰ ਰਹੇ ਨੇ ਉਹਨਾਂ ਦਾ, ਕਿਉਂਕਿ ਗਿਣਤੀ 'ਚ ਤੁਸੀਂ ਵੀ ਗਿਣੇ ਜਾਂਦੇ ਹੋ। ਜਦੋਂ ਕੰਮ ਕਰਾਉਣਾ ਉਸ ਟਾਈਮ ਲਾ ਲਓ ਵੀ ਆਉਣਾ ਨਹੀਂ ਗਾ। ਕੱਲ੍ਹ ਬੈਠੇ ਵਟਸਐਪਾਂ 'ਤੇ ਦੇਖੀ ਜਾਂਦੇ ਹੋ ਵੀ ਕੀ ਬਣਿਆ ਕੱਲ੍ਹ, ਜਾਂ ਹੋਰ ਕੁਛ ਨਹੀਂ ਹਜੇ ਬਣਿਆ। ਬਣ ਜ਼ਰੂਰ ਜਾਊਗਾ ਜੇ ਤੁਸੀਂ ਦਿਲੋਂ ਸਾਥ ਦਿਓ ਯੂਨੀਅਨ ਦਾ। ਨਿਕਲਣਾ ਪਊਗਾ ਘਰਾਂ ਦੇ ਵਿੱਚੋਂ। ਕੋਈ ਵੀ ਮੈਂ ਫੁੱਟ ਆਪਣੇ ਯੂਨੀਅਨ ਦੇ ਵਿੱਚ ਉਸ ਦੇ ਖਿਲਾਫ ਹਾਂ, ਪਰ ਜ਼ਿਆਦਾ ਖਿਲਾਫ ਉਹ ਲੋਕਾਂ ਦੇ ਵੀ ਆ ਜਿਹੜੇ ਫੁੱਟ ਕਹਿ ਕੇ ਘਰਾਂ 'ਚੋਂ ਨਿਕਲਦੇ। ਤੁਸੀਂ ਕਿਸੇ ਪਾਸੇ ਤਾਂ ਨਿਕਲੋ। ਕਿ ਕੱਲ੍ਹ ਚਲੋ 1000 ਬੰਦਾ ਨਿਕਲਿਆ ਹੋਊਗਾ, 12,000 ਨਿਕਲਿਆ ਨਹੀਂ ਗਿਆ ਨੀਗਾ, 1000 ਬੰਦੇ ਦਾ ਤਾਂ ਇਕੱਠ ਹੋਊਗਾ 700-800 ਜਿਹੜੇ ਵੀ
ਕਿ ਜਿਹੜਾ 12,000 ਗਿਆ ਨਹੀਂ, ਉਹ ਹੁਣ 12,000 ਅਜਮੇਰ ਦੀ ਰੈਲੀ 'ਚ ਜਾਊਗਾ 24 ਦੀ 'ਚ। ਮੈਂ ਤਾਂ ਕਹਿੰਦਾ ਉਸ ਦਿਨ ਵਗ ਜਿਓ, 24 ਨੂੰ ਵਗ ਜਿਓ। ਕੰਮ ਤਾਂ ਚਲੋ ਉਸ ਦਿਨ ਵੀ ਹੋਊਗਾ, ਜਾਣਾ ਤੁਸੀਂ ਕਿਤੇ ਨਹੀਂ ਹੁੰਦਾ, ਫੁੱਟ ਦਾ ਬਹਾਨਾ ਲਾ ਲੈਂਦੇ ਹੋ। ਮੈਂ ਇਹ ਕਹਿੰਦਾ ਵੀ ਸੰਘਰਸ਼ ਦਾ ਸਾਥ ਦਿਓ, ਜਿਹੜਾ ਵੀ ਕੋਈ ਕਰ ਰਿਹਾ ਉਹਦਾ ਸਾਥ ਦਿਓ, ਉਹਦੇ ਕੋਲ ਖੜ ਕੇ ਉਹ ਤੋਂ ਬਾਚੋ ਵੀ ਕੀ ਭਾਈ ਮੰਗ ਰਹੇ ਹੋ, ਕਿਵੇਂ ਮੰਗ ਰਹੇ ਹੋ, ਸਾਥ ਦਿਓ। ਪਰ ਇਹ ਨਹੀਂ ਗਾ ਵੀ ਘਰਾਂ 'ਚ ਬਹਾਨੇ ਲਾਓ। ਤੁਸੀਂ ਤਾਂ ਜਾਂ ਤਾਂ 6,000 ਨਾਲ ਖੁਸ਼ ਹੋ, ਜਾਂ ਤੁਹਾਨੂੰ ਮੰਗਣਾ ਹੀ ਨਹੀਂ ਆਉਂਦਾ, ਤੁਸੀਂ ਦੂਜੇ ਤੋਂ ਆਸਾਂ ਰੱਖਦੇ ਹੋ ਵੀ ਦੂਜਾ ਸਾਨੂੰ ਲੈ ਕੇ ਦੇਵੇ। ਕੋਈ ਨਹੀਂ ਕਿਸੇ ਨੂੰ ਲੈ ਕੇ ਦੇ ਸਕਦਾ ਜਦੋਂ ਤੱਕ ਤੁਸੀਂ ਦਿਲੋਂ ਨਹੀਂ ਲੜਦੇ। ਠੀਕ ਆ, ਪਿਛਲੇ ਸਾਲ ਵਧੀਆ ਸੰਘਰਸ਼ ਕਰਿਆ, ਕਿਤੇ ਨਾ ਕਿਤੇ ਲੀਡਰਾਂ ਦੀ ਘਾਟ ਰਹੀ ਆ, ਪਰ ਲੀਡਰਾਂ ਦੀ ਵੀ ਤਾਂ ਘਾਟ ਰਹੀ ਹੈ ਜਦੋਂ ਤੁਸੀਂ ਉਹਨਾਂ ਨੂੰ ਢੰਗ ਨਾਲ ਪੁੱਛਦੇ ਨਹੀਂ ਸੀਗੇ ਵੀ ਕਿਵੇਂ ਤੁਸੀਂ ਕੀ ਗੱਲਬਾਤ ਚੱਲ ਰਹੀ ਆ। ਹਰ ਇੱਕ ਨੇ ਫੋਨਾਂ ਤੇ ਪੁੱਛਣਾ। ਉੱਥੇ ਜਾ ਕੇ ਤਾਂ ਸਭ ਤੋਂ ਪਹਿਲਾਂ ਗੁਰਦੁਆਰੇ ਜਾਣਾ, ਮੱਥਾ ਟੇਕਣਾ, ਲੰਗਰ ਛਕਣਾ, ਰੈਲੀ 'ਚ ਦਿੱਤਾ ਗੇੜਾ, ਵਾਪਸ ਮੁੜ ਜਾਣਾ। ਫਿਰ ਘਰੇ ਆ ਕੇ ਘਰੇ ਵੀ ਨਹੀਂ ਪਹੁੰਚਣਾ, ਬੱਸ ਦੇ ਵਿੱਚੋਂ ਹੀ ਫੋਨ ਕਰਨ ਲੱਗ ਜਾਣਾ, ਬਈ ਕੀ ਬਣ ਗਿਆ। ਤੁਸੀਂ ਉੱਥੇ ਹੀ ਤਾਂ ਹੁੰਦੇ ਹੋ, ਰੈਲੀ ਦੇ ਵਿੱਚੋਂ ਚੱਲ ਪੈਣਾ, ਉਸ ਤੋਂ ਬਾਅਦ ਫੋਨ ਕਰਕੇ ਪੁੱਛਣਾ ਕੀ ਬਣ ਗਿਆ। ਤੁਸੀਂ ਉੱਥੇ ਹੀ ਰੁਕੋ, ਆਗੂ ਨਾਲ ਗੱਲ ਕਰੋ, ਆਗੂ ਨੂੰ ਕੋਈ ਸੇਧ ਦਿਓ, ਆਗੂ ਤੋਂ ਕੋਈ ਸੇਧ ਲਿਓ ਵੀ ਭਾਈ ਕਿਵੇਂ ਗੱਲ ਬਣ ਸਕਦੀ। ਕਈ ਵਾਰ ਅਜਿਹਾ ਵਿਚਾਰ ਹੁੰਦਾ ਤੁਹਾਡੇ ਮਨ ਦੇ ਵਿੱਚ ਵੀ ਜਿਹੜਾ ਕਿ ਸਾਰੀ ਯੂਨੀਅਨ ਦਾ ਫਾਇਦਾ ਕਰ ਸਕਦਾ ਹੁੰਦਾ, ਪਰ ਤੁਸੀਂ ਉਹ ਵਿਚਾਰ ਤਾਂ ਕਰਨੀ ਨਹੀਂ ਗੇ, ਤੁਸੀਂ ਤਾਂ ਮੂਰਖਾਂ ਵਾਲੀਆਂ ਗੱਲਾਂ ਕਰਨੀਆਂ ਨੇ। ਤੇ ਮੈਂ ਵਾਰ-ਵਾਰ ਬੇਨਤੀ ਇਹੀ ਕਰਨੀ ਸੀਗੀ ਵੀ ਇਸ ਤਰ੍ਹਾਂ ਕੰਮ ਨਹੀਂ ਚੱਲਣਾ। ਸਰਕਾਰ ਸਭ ਕੁਝ ਦੇ ਸਕਦੀ ਹੈ, ਸਭ ਕੁਝ ਅਸੀਂ ਲੈ ਸਕਦੇ ਹਾਂ, ਸਾਥ ਦੀ ਲੋੜ ਆ। ਕਿਸੇ ਦਾ ਵੀ ਸਾਥ ਦਿਓ, ਉਹ ਆਪਦੀ ਤੁਹਾਡੀ ਇੱਛਾ ਵੀ ਕਿਹਦਾ ਸਾਥ ਦੇਣਾ ਕਿਹਦਾ ਨਹੀਂ ਦੇਣਾ। ਪਰ ਰੈਲੀਆਂ ਧਰਨਿਆਂ ਦੇ ਵਿੱਚ ਜਦੋਂ ਵੀ ਤੁਹਾਨੂੰ ਕਾਲ ਆਉਂਦੀ ਹੈ ਤਾਂ ਨਿਕਲਿਆ ਕਰੋ। ਘੱਟੋ ਘੱਟ 3-3 4-4 ਹਜ਼ਾਰ ਦਾ ਇਕੱਠ ਹੋਣਾ ਚਾਹੀਦਾ, ਤਾਂ ਜਾ ਕੇ ਕਿਤੇ ਸਰਕਾਰ ਤੇ ਪ੍ਰੈਸ਼ਰ ਬਣੂਗਾ। ਸਰਕਾਰ ਇੰਨੀ ਕੁ ਡਰਪੋਕ ਆ ਵੀ ਇਹ ਇਕੱਠ ਨਾਲ ਪਹਿਲੇ ਝਟਕੇ 'ਚ ਗੱਲ ਮੰਨ ਲੂਗੀ, ਪਰ ਹਜੇ ਤੁਹਾਨੂੰ ਝਟਕੇ ਨਹੀਂ ਦੇਣਾ ਆ। ਤੇ ਬਾਕੀ ਕਿਸੇ ਨੂੰ ਉੱਚਾ ਨੀਵਾਂ ਸ਼ਬਦ ਬੋਲਿਆ ਗਿਆ ਹੋਵੇ ਤਾਂ ਮਾਫੀ ਮੰਗਦਾ, ਕਿਉਂਕਿ ਇੱਕ ਅੰਦਰ ਬਲਬਲੇ ਹੁੰਦੇ ਨੇ। ਤੁਹਾਡੇ ਉਮੀਦ ਦੇ ਸਹਾਰੇ ਅਸੀਂ ਤੁਰਦੇ ਹਾਂ। ਹਾਂ, ਅਸੀਂ ਨਾ ਜਾਂਦੇ ਅਸੀਂ ਮਾੜੇ ਸੀਗੇ। ਮੈਨੂੰ ਇਹ ਨਾ ਕਈ ਦੇ ਫੋਨ ਆਏ ਵੀ ਤੁਸੀਂ ਜਾਓਗੇ ਚੱਲਾਂਗੇ। ਮੈਂ ਵਾਰ-ਵਾਰ ਉਹਨਾਂ ਨੂੰ ਇਹੀ ਕਹਿ ਰਿਹਾ ਸੀਗਾ ਵੀ ਚਲੋ ਦੇਖਦੇ ਹਾਂ, ਪਰ ਮੈਨੂੰ ਫਿਰ ਇਹ ਲੱਗਿਆ ਵੀ ਜੇ ਮੈਂ ਨਾ ਗਿਆ ਤਾਂ ਇਹ ਕਹਿਣਗੇ ਵੀ ਸਾਥ ਨਹੀਂ ਦਿੰਦੇ, ਕੋਈ ਇਹਨਾਂ ਦੇ ਦਿਲ 'ਚ ਖੋਟ ਆ। ਇੰਨੀ ਤਕਲੀਫ ਹੋਣ ਦੇ ਬਾਵਜੂਦ ਵੀ ਮੈਂ ਗਿਆ ਕੱਲ੍ਹ, ਪਰ ਤੁਸੀਂ ਘਰਾਂ ਦੇ ਵਿੱਚ ਬੈਠੇ, ਬਹੁਤ ਸ਼ਰਮ ਵਾਲੀ ਗੱਲ ਆ। ਰਾਤ ਨੂੰ 10 ਵਜੇ ਤਾਂ ਦੜਬੇ ਆ ਕੇ ਉਤਰਿਆ, 10:30 ਵਜੇ ਘਰੇ ਪਹੁੰਚਿਆ, ਸਹੀ ਰੋਟੀ ਖਾ ਕੇ 12 ਵਜੇ ਪਏ ਤੇ ਹੁਣ ਆ ਕੇ ਸਕੂਲ ਦੇ ਵਿੱਚ ਬੈਠ ਗਏ। ਅਸੀਂ ਕੋਈ ਪੱਥਰ ਦੇ ਬਣੇ ਹੋਏ ਨਹੀਂ ਹੈਗੇ ਵੀ ਤੁਸੀਂ ਇਨਸਾਨ ਹੋ। ਸਭ ਦੀਆਂ ਮਜਬੂਰੀਆਂ ਨੇ, ਬਹੁਤ ਮਜਬੂਰੀਆਂ ਨੇ, ਦੁੱਖ ਸੁੱਖ ਐਡੀ ਕੁ ਕਬੀਲਦਾਰੀ ਆ ਵੀ ਘਰੇ 1 ਮਿੰਟ ਦਾ ਵੇਲ ਨਹੀਂ ਹੈਗਾ, ਪਰ ਫਿਰ ਵੀ ਉਹਦੇ ਵਿੱਚੋਂ ਸਮਾਂ ਕੱਢਦੇ ਹਾਂ। ਘਰ ਦੇ ਬਿਮਾਰ ਰਹਿੰਦੇ ਨੇ, ਆਪਦੇ 4 ਭੈਣਾਂ ਨੇ, ਉਹਨਾਂ ਦੇ ਵੀ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ, ਉਹਨਾਂ ਦੇ ਵੀ ਦੁੱਖ ਸੁੱਖ 'ਚ ਜਾਣਾ, ਹੋਰ ਰਿਸ਼ਤੇਦਾਰੀਆਂ 'ਚ। ਇੱਕ ਹੋਰ ਸੁਣ ਲਓ, ਮੇਰੇ ਤਾਂ ਪਤਾ ਨਹੀਂ ਕੀ ਆ, ਹਰ ਇੱਕ ਦੂਰ ਦੂਰ ਦੀਆਂ ਅੰਗਲੀਆਂ ਸੰਗਲੀਆਂ 'ਚ ਵੀ ਵਰਤਦੇ ਨੇ। ਕੋਈ ਇਹ ਵੀ ਨਹੀਂ ਗਾ ਤੁਹਾਡੇ ਵਾਂਗੂ। ਤਾਂ ਮੈਨੂੰ ਤਾਂ ਲੱਗਦਾ ਜਾਂ ਤਾਂ ਤੁਸੀਂ ਇੱਕ ਦਿਖਾਵੇ ਤਾਂ ਜ਼ਰੂਰ ਕਰਦੇ ਹੋ, ਘਰਾਂ 'ਚ ਬਹਿ ਜਾਂਦੇ ਹੋ, ਸਕੂਲਾਂ 'ਚ ਵਰਤਦੇ ਮਨਮਨੇ ਸਕਿਆਂ ਨਾਲ ਵੀ ਨਾ ਹੋਵੋ। ਮੇਰੇ ਤਾਂ ਇੱਥੇ ਦੂਰ ਦੂਰ ਵਰਤਦੇ ਨੇ, ਕਦੇ ਕੋਈ ਘਰੇ ਆ ਜਾਂਦਾ, ਕਦੇ ਕਿਸੇ ਦੇ ਜਾਣਾ ਪੈਂਦਾ, ਉਹਨਾਂ ਵਾਸਤੇ ਵੀ ਟਾਈਮ ਕੱਢਦੇ ਆ, ਉਹਨਾਂ ਵਾਸਤੇ ਵੀ ਸਮਾਂ ਕੱਢਦੇ ਆ। ਤੁਹਾਡੇ ਵਾਂਗ ਨਹੀਂ ਵੀ ਦਿਖਾਵੇ ਕਰਦੇ ਹੋ ਬਈ ਉਹ ਆ, ਪਰ ਮੈਨੂੰ ਲੱਗਦਾ ਜਾਂਦੇ ਕਿਤੇ ਵੀ ਨਾ ਹੋਵੋ, ਉਹ ਪਤਾ ਹੀ ਲੱਗ ਜਾਂਦਾ ਹੁੰਦਾ। ਤੁਸੀਂ ਇਹੋ ਜਿਹੀਆਂ ਹਰਕਤਾਂ ਛੱਡੋ, ਯੂਨੀਅਨ ਦਾ ਸਾਥ ਦਿਓ। ਜਦੋਂ ਤੁਹਾਡਾ ਫਾਇਦਾ ਤਾਂ ਯੂਨੀਅਨ ਦਾ ਸਾਥ ਦਿਓ। ਜੇ ਹਾਂ ਤੁਸੀਂ ਨਹੀਂ ਚਾਹੁੰਦੇ, ਤੁਸੀਂ ਲਿਖ ਕੇ ਦੇ ਦਿਓ ਵੀ ਅਸੀਂ ਯੂਨੀਅਨ ਦਾ ਸਾਥ ਨਹੀਂ ਦੇ ਸਕਦੇ, ਸਾਨੂੰ ਯੂਨੀਅਨ ਤੱਕ ਕੋਈ ਲੋੜ ਨਹੀਂ, ਜਿਹੜਾ ਕੁਝ ਬਣਨਾ ਹੋਊਗਾ ਸਾਡਾ ਬਣ ਜੂਗਾ। ਇਸ ਤਰ੍ਹਾਂ ਆਪਦਾ ਨਾਮ ਪਾ ਕੇ, ਆਪਦਾ ਪਿੰਡ ਦਾ ਨਾਮ ਪਾ ਕੇ, ਆਪਦੇ ਬਲਾਕ ਦਾ ਨਾਮ ਪਾ ਕੇ ਇਹ ਲਿਖ ਕੇ ਪਾ ਦਿਓ, ਤੁਹਾਡਾ ਐਕਸੈਪਟ ਕਰ ਲਾਂਗੇ। ਘੱਟੋ ਘੱਟ ਸਾਨੂੰ ਪਤਾ ਤਾਂ ਲੱਗ ਜੂ ਵੀ ਇਸ ਬੰਦੇ ਨੇ ਫਲਾਣੇ ਟਾਈਮ ਲਿਖ ਕੇ ਦਿੱਤਾ ਸੀਗਾ। ਉਹਨੂੰ ਵਾਰ-ਵਾਰ ਅਸੀਂ ਨਹੀਂ ਟੋਕਾਂਗੇ। ਪਰ ਜਿਹੜੇ ਯੂਨੀਅਨ ਤੋਂ ਆਸ ਰੱਖਦੇ ਹੋ ਤਾਂ ਉਹ ਯੂਨੀਅਨ ਦਾ ਸਾਥ ਵੀ ਦਿਓ। ਯੂਨੀਅਨ ਇਕੱਲੀ ਕੁਛ ਨਹੀਂ ਕਰ ਸਕਦੀ, ਬੇਸ਼ੱਕ ਕੋਈ ਵੀ ਆ। ਦੇਖੋ, ਜਿਵੇਂ ਹੁਣ ਆਪਾਂ ਲਾ ਲਓ ਵੀ 22 ਤਰੀਕ ਦੀ ਮੀਟਿੰਗ ਮਿਲੀ ਆ, ਪਰਮਾਤਮਾ ਕਰੇ ਉਹਦੇ ਵਿੱਚੋਂ ਕੋਈ ਚੰਗੀ ਆਊਟਪੁੱਟ ਨਿਕਲੇ ਤੇ ਅੱਗੇ ਪ੍ਰੋਸੈਸ ਚੱਲੇ। ਜਲਦੀ ਤਾਂ ਇਹ ਨਹੀਂ ਹੈਗੇ ਵੀ 22 ਤਰੀਕ ਨੂੰ ਇਹ ਕੋਈ ਆਪਾਂ ਨੂੰ ਤਨਖਾਹ ਵੱਜੂਗੀ, ਪਰ ਇੱਕ ਲੜੀ ਬਣਾਓ ਤਾਂ ਜੋ ਗੱਲਬਾਤ ਚੱਲਦੇ ਚੱਲਦੇ 2-4 ਮਹੀਨਿਆਂ ਦੇ ਵਿੱਚ ਆਪਣਾ ਕੋਈ ਕੰਮ ਬਣ ਸਕੇ। ਬਹੁਤ ਤੁਹਾਡੇ ਪ੍ਰਤੀ ਉਹ ਗੁੱਸਾ ਹੁੰਦਾ, ਤੁਹਾਡੇ ਨਾਲ ਕਰਕੇ ਅਸੀਂ ਜਾਂਦੇ ਹਾਂ। ਜਦੋਂ ਤੁਸੀਂ ਸਾਨੂੰ ਜ਼ਿੰਮੇਵਾਰੀ ਦੇ ਸਕਦੇ ਹੋ, ਦਬਾਅ ਪਾ ਸਕਦੇ ਹੋ ਵੀ ਚੱਲਣਾ, ਤਾਂ ਅਸੀਂ ਵੀ ਤੁਹਾਡੇ ਤੇ ਗੁੱਸਾ ਲਾ ਸਕਦੇ ਹਾਂ। ਇਹੀ ਬੇਨਤੀ ਸੀਗੀ। ਧੰਨਵਾਦ।